ਕੱਲ ਜੀ ਸਾਰਿਆਂ ਨੂੰ ਤੇ ਸਾਰੇ ਮਾਨਸਾ ਨਿਵਾਸੀਆਂ ਨੂੰ ਤੇ ਜਿਹੜੇ ਤੁਹਾਡੇ ਮੀਡੀਆ ਦੇ ਮਾਧਿਅਮ ਰਾਹੀਂ ਦੇਖ ਰਹੇ ਨੇ ਤੁਹਾਨੂੰ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਾਡੇ ਨਾਲ ਮੌਜੂਦ ਸਾਡੇ ਐਮਸੀ ਸਾਹਿਬ, ਸਾਰੇ ਭਗਵੰਤ ਸਰਪੰਚ ਸਾਹਿਬਾਨ, ਬਲਾਕ ਸੰਮਤੀ ਮੈਂਬਰ, ਜਿੰਨੇ ਵੀ ਸਾਡੇ ਕਾਂਗਰਸ ਦੀ ਸਾਰੇ ਇੱਥੇ ਪ੍ਰੈਸ ਕਾਨਫਰੰਸ ਵਿੱਚ ਪਹੁੰਚੇ ਨੇ, ਤੁਹਾਨੂੰ ਸਭ ਨੂੰ ਜੀ ਆਇਆਂ ਆਖਦਾ। ਅੱਜ ਜੀ ਪ੍ਰੈਸ ਕਾਨਫਰੰਸ ਕਰਨ ਦਾ ਜਿਹੜਾ ਮੇਨ ਮੁੱਦਾ ਵੀ ਕੱਲ ਜਿਹੜੀ ਸਾਡੀ ਸਿੱਧੂ ਸਾਹਿਬ ਨਾਲ, ਨਵਜੋਤ ਸਿੰਘ ਸਿੱਧੂ ਜੀ ਨਾਲ, ਸਾਡੇ PCC ਦੇ ਪ੍ਰੈਜ਼ੀਡੈਂਟ ਨੇ, ਉਹਨਾਂ ਨੇ ਕਿਹੜੀ ਸਾਡੀ ਮੀਟਿੰਗ ਹੋਈ ਸੀਗੀ ਉਸ ਨੂੰ ਉਹਦੇ ਸੰਬੰਧ ਵਿੱਚ ਰੱਖੀ ਗਈ ਹੈ। ਕੁਝ ਫੋਟੋਆਂ ਵੀ ਆਈਆਂ ਸੀ ਬਾਹਰ। ਸਾਡੇ ਉਹ PCC ਦੇ ਪ੍ਰੈਜ਼ੀਡੈਂਟ ਨੇ, ਸਾਡੇ ਉਹ ਕਾਂਗਰਸ ਪਾਰਟੀ ਦੇ ਪ੍ਰਧਾਨ ਨੇ, ਉਹਨਾਂ ਨੇ ਇੱਕ ਮਿੰਟ ਜੀ, ਉਹਨਾਂ ਦੇ ਸੱਦੇ 'ਤੇ ਅਸੀਂ ਇੱਥੇ ਗਏ ਸੀਗੇ। ਉਹ ਐਜ਼ ਆ ਪਾਰਟੀ ਦੇ ਪ੍ਰਧਾਨ ਹੋਣ ਦੇ ਨਾਤੇ ਉਹਨਾਂ ਦਾ ਫਰਜ਼ ਬਣਦਾ ਸੀ ਸਾਨੂੰ ਬੁਲਾਉਣਾ, ਕਿਉਂਕਿ ਅਸੀਂ ਵੀ ਇੱਥੋਂ ਪਿਛਲੇ ਕਈ ਸਾਲਾਂ ਤੋਂ ਅਸੀਂ ਇੱਥੇ ਮਿਹਨਤ ਕਰ ਰਹੇ ਹਾਂ ਅਤੇ ਸਾਡਾ ਹੀ ਫਰਜ਼ ਬਣਦਾ ਸੀ ਉਹਨਾਂ ਦੇ ਸੱਦੇ ਤੋਂ ਉੱਥੇ ਜਾਣਾ। ਅਸੀਂ ਉਹਨਾਂ ਨੂੰ ਕਲੀਅਰ ਕੀਤਾ ਜੀ ਸਾਡੇ ਮਾਨਸਾ ਦੀ ਕੀ ਸਿਚੁਏਸ਼ਨ ਆ, ਆਲੇ ਦੁਆਲੇ ਹਲਕਿਆਂ ਦੀ ਕੀ ਸਿਚੁਏਸ਼ਨ ਹੈ, ਕਿਉਂਕਿ 2017 ਦੇ ਵਿੱਚ ਵੀ ਆਪਾਂ ਨਤੀਜਾ ਦੇਖ ਹੀ ਚੁੱਕੇ ਹਾਂ ਜੇ ਟਿਕਟ ਦੀ ਗਲਤ ਵੰਡ ਹੋਈ, ਉਸ ਦੇ ਰਿਗਾਰਡਿੰਗ ਅਸੀਂ ਉੱਥੇ ਗਏ ਸੀਗੇ ਜੀ। ਅਤੇ ਉੱਥੇ ਕੋਈ ਅੱਜ ਟ੍ਰਿਬਿਊਨ ਨੇ ਵੀ ਖਬਰ ਲੱਗੀ ਹੈ ਜੀ, ਮੈਂ ਤੁਹਾਨੂੰ ਦਿਖਾ ਦੇਣਾ ਚਾਹੁੰਦਾ। ਟ੍ਰਿਬਿਊਨ ਨੇ ਵੀ ਲਾਈ ਹੈ ਬਈ ਗਾਗੋਵਾਲ ਦੇ ਕਿਹੜੇ ਫੈਮਿਲੀ ਹੈ, ਗਾਗੋਵਾਲ ਦਾ ਗ੍ਰੈਂਡਸਨ ਮਾਈਕਲ ਗਾਗੋਵਾਲ ਉੱਥੋਂ ਨਾ ਦੇ ਕੇ ਬਈ ਉੱਥੋਂ ਨਾਮਨਜ਼ੂਰ ਹੋ ਕੇ ਉਹ ਮੀਟਿੰਗ ਦੇ ਵਿੱਚ ਉੱਠ ਕੇ ਆਏ ਨੇ। ਅਤੇ ਅਸੀਂ ਸਖਤ ਸ਼ਬਦਾਂ ਵਿੱਚ ਕਹਿ ਕੇ ਜੀ ਜੇ ਕਿਸੇ ਕਾਂਗਰਸੀ ਨੂੰ ਦੋਗੇ ਅਸੀਂ ਉਹਨਾਂ ਨਾਲ ਆ, ਪਰ ਜੇ ਕੋਈ ਬਾਹਰਲਾ ਬੰਦਾ ਜਾਂ ਕੋਈ ਹੋਰ ਜਿਹਨੂੰ ਉਮੀਦ ਆ ਵੀ ਟਿਕਟ ਦੇਣ ਦੀ, ਅਸੀਂ ਉਹਦੇ ਖਿਲਾਫ ਚੱਲਾਂਗੇ। ਅਤੇ ਕਿਉਂਕਿ 2017 ਦੇ ਵਿੱਚ ਵੀ ਤੁਹਾਨੂੰ ਸਭ ਨੂੰ ਪਤਾ ਹੀ ਹੈ ਜੀ ਵੀ ਬਾਂਸਲ ਸਾਹਿਬ ਨੂੰ ਕੋਈ ਟਿਕਟ ਦਿੱਤੀ ਸੀਗੀ, ਉਦੋਂ ਯੁਵਰਾਜ ਜੀ ਘਰੇ ਆ ਕੇ ਕਹਿ ਕੇ ਗਏ ਸੀਗੇ। ਚਲੋ ਮੂਸੇਵਾਲਾ ਸਾਹਿਬ ਦਾ ਨਾਮ ਥੋੜ੍ਹਾ ਜਿਹਾ ਹਾਈਲਾਈਟ ਵੱਧ ਹੁੰਦਾ ਤਾਂ ਥੋੜ੍ਹੀ ਗੱਲ ਹਾਈਲਾਈਟ ਹੋ ਜਾਂਦੀ ਹੈ। ਉਦੋਂ ਵੀ ਕ੍ਰਿਸ਼ਨਾ ਐਲੋਵੇਰੇ ਜੀ ਜੋ ਕਿ ਯੂਥ ਕਾਂਗਰਸ ਦੇ ਇੰਚਾਰਜ ਨੇ ਆਲ ਇੰਡੀਆ ਦੇ, ਉਹ ਵੀ ਉਦੋਂ ਆਏ ਸੀਗੇ ਮਨਾਉਣ ਸਾਨੂੰ। ਯੁਵਰਾਜ ਜੀ ਵੀ ਉਦੋਂ ਰਾਤ ਨੂੰ ਘਰੇ ਆ ਕੇ ਗਏ ਨੇ, ਆ ਸਾਰੇ ਜਾਣਦੇ ਨੇ। ਉਦੋਂ 2017 ਦੇ ਵਿੱਚ ਉਦੋਂ ਵੀ ਅਸੀਂ ਉਹਨਾਂ ਨੂੰ ਸਖਤ ਸ਼ਬਦਾਂ ਵਿੱਚ ਕਿਹਾ ਸੀ ਬਈ ਅਸੀਂ ਬਾਂਸਲ ਸਾਹਿਬ ਦੀ ਮਦਦ ਨਹੀਂ ਕਰ ਸਕਦੇ। ਉਹ ਸਾਰੇ ਮਾਨਸਾ ਨਿਵਾਸੀਆਂ ਨੂੰ ਪਤਾ ਵੀ ਸਾਡਾ ਸਟੈਂਡ ਕੀ ਆ। ਉਸੇ ਤਰ੍ਹਾਂ ਐਤਕੀ ਵਾਰ ਦੀ ਇਹੀ ਗੱਲ ਆ ਬਈ ਅਸੀਂ ਜੇ ਕਾਂਗਰਸ ਦੇ ਬਿਨਾਂ ਕਿਸੇ ਨੂੰ ਟਿਕਟ ਮਿਲਦੀ ਆ ਅਸੀਂ ਉਹਦਾ ਵਿਰੋਧ ਕਰਾਂਗੇ। ਕੋਈ ਲੋਕਲ ਹੋਰ ਕਾਂਗਰਸੀ ਟਿਕਟ ਮਿਲਦੀ ਉਹਦੇ ਬਾਰੇ ਜੇ ਕਿਸੇ ਕਾਂਗਰਸ ਨੂੰ ਮਿਲੇ ਜੀ ਜ਼ਰੂਰ ਕਰਾਂਗੇ ਜੀ, ਕਿਉਂਕਿ ਟਕਸਾਲੀ ਕਾਂਗਰਸ ਨੂੰ ਮਿਲੀ ਜ਼ਰੂਰ ਕਰਾਂਗੇ ਜੀ। ਕੀ ਕਾਰਨ ਹੈ ਵੀ ਜਿਹੜੀ ਹਾਈ ਕਮਾਨ ਹੈ ਜਾਂ ਤੁਸੀਂ ਪੰਜਾਬ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਵੀ ਜਿਸ ਤਰ੍ਹਾਂ ਤੁਸੀਂ ਪਰਿਵਾਰ ਹੋ ਜਿਹੜੇ ਇੱਕ ਪੁਰਾਣੇ ਕੈਬਨਿਟ ਮੰਤਰੀ ਰਹੇ ਆ ਤੁਹਾਡੇ ਦਾਦਾ ਜੀ, ਤੇ ਗੁਰਪ੍ਰੀਤ ਲਾ ਲਓ, ਜਸਪਿੰਦਰ ਲਾ ਲਓ, ਮੌਜੂਦਾ MLA, ਕਿਉਂ ਇਹਨਾਂ ਸਾਰਿਆਂ ਨੂੰ ਇਗਨੋਰ ਕਰਕੇ ਕਾਂਗਰਸ ਇੱਕ ਪੈਰਾਸ਼ੂਟ ਰਾਹੀਂ ਬੰਦੇ ਨੂੰ ਉਤਾਰ ਰਹੀ ਹੈ? ਉਹਦੇ ਕਾਂਗਰਸ ਦਾ ਹਾਈ ਕਮਾਂਡ ਦਾ ਫੈਸਲਾ, ਤਾਂ ਮੋਗੇ ਦੇ ਵਿੱਚ ਮੌਜੂਦਾ MLA ਨੂੰ ਕੱਟ ਕੇ ਕਿਸੇ ਹੋਰ ਨੂੰ ਟਿਕਟ ਦੇ ਰਹੇ ਨੇ ਜੀ। ਮੌਜੂਦਾ MLA ਨੂੰ ਕੱਟ ਕੇ, ਕਾਂਗਰਸ ਦਾ ਮੌਜੂਦਾ MLA ਆ, ਉਹਨੂੰ ਟਿਕਟ ਕੱਟ ਕੇ ਕਿਸੇ ਹੋਰ ਨੂੰ ਦੇਣੇ, ਤਾਂ ਹਾਈ ਕਮਾਂਡ ਦਾ ਫੈਸਲਾ। ਬਾਕੀ ਆਪਣਾ ਫੈਸਲਾ ਹੈ ਜੀ, ਲੋਕਾਂ ਦਾ ਫੈਸਲਾ। ਉਹਨਾਂ ਨੇ ਆਪਦਾ ਫੈਸਲਾ ਕਰ ਲਿਆ, ਅਸੀਂ ਆਪਦਾ ਫੈਸਲਾ ਕਰ ਲਾਂਗੇ। ਸਿੱਧੂ ਸਾਹਿਬ ਨੇ ਸਾਨੂੰ ਤਾਂ ਬੁਲਾਇਆ ਜੀ ਜੇ ਸਾਡੇ ਪੱਲੇ ਕੱਖ ਸੀਗਾ। ਮਾਨਸਾ ਲੋਕ ਜੇ ਸਾਡੇ ਨਾਲ ਨੇ, ਅੱਜ ਇੰਨੇ ਮੂਤਵਾਰ ਬੰਦੇ ਮੇਰੇ ਪਿੱਛੇ ਖੜੇ ਨੇ ਜਾਂ ਮੇਰੇ ਨਾਲ ਨੇ, ਸਭ ਤੋਂ ਮੇਥੋਂ ਸਾਰੇ ਉਮਰ 'ਚ ਵੱਡੇ ਨੇ, ਮੇਥੋਂ ਸਭ ਤੋਂ ਸਿਆਣੇ ਨੇ ਮੇਥੋਂ ਸਾਹਿਬ, ਸਾਡੇ 'ਚ ਪੱਲੇ ਸੀ ਤਾਂ ਹੀ ਸਿੱਧੂ ਸਾਹਿਬ ਨੇ ਸਾਨੂੰ ਬੁਲਾਇਆ। ਤਾਂ ਹੀ ਸਿੱਧੂ ਸਾਹਿਬ ਨੇ ਕਿਹਾ ਜੀ ਬਈ ਨਾਲ ਪਾਰਟੀ ਦਾ ਸਮਰਥਨ ਕਰੋ। ਪਰ ਉਹ ਇਹਨਾਂ ਦੇ ਨਾਲ ਸਾਡਾ ਨਹੀਂ ਹੈਗਾ ਬਈ ਅਸੀਂ ਬੰਦ ਕਮਰੇ 'ਚ ਇੱਕ ਆਪਦਾ ਫੈਸਲਾ ਕਰਕੇ ਆਈਏ, ਕਿਉਂਕਿ ਕਿਹੜੀ ਸਾਡੀ ਪੋਲੀਟਿਕਸ ਹੈ, ਕਿਹੜੀ ਸਾਡੀ ਰਾਜਨੀਤੀ ਹੈ ਜੀ, ਉਹ ਲੋਕਾਂ ਦੀ ਰਾਜਨੀਤੀ ਹੈ ਅਤੇ ਇੰਪਰੈਸ਼ਨ ਦੀ ਰਾਜਨੀਤੀ ਹੈ ਅਤੇ ਸਟੈਂਡ ਦੀ ਰਾਜਨੀਤੀ ਹੈ। ਬਈ ਲੋਕਾਂ ਨੂੰ ਪਤਾ ਵੀ ਗਾਗੋਵਾਲ ਪਰਿਵਾਰ ਦਾ ਇੱਕ ਸਟੈਂਡ ਆ ਅਤੇ ਇੱਕ ਚੰਗੇ, ਅਸੀਂ ਕਿਤੇ ਵੀ ਕੋਈ ਬੰਦਾ ਸਾਨੂੰ ਕੋਈ ਉਂਗਲ ਚੱਕ ਨਹੀਂ ਸਕਦਾ ਸਾਡੇ ਪਰਿਵਾਰ ਕੰਨੀ, ਚਾਹੇ ਉਹ ਗਾਗੋਵਾਲ ਸਾਹਿਬ ਹੋਣ ਚਾਹੇ ਅਸੀਂ ਹੋਈਏ, ਮੈਂ ਅਤੇ ਮੇਰੀ ਮਾਤਾ ਜੀ। ਕੋਈ 5-6 ਸਾਲਾਂ 'ਚ ਅਸੀਂ ਕੋਈ ਐਂ ਨਹੀਂ ਕੋਈ ਬੰਦਾ ਕਹਿ ਸਕਦਾ ਵੀ ਸਾਥੋਂ ਕੋਈ ਪੈਸੇ ਲੈ ਗਏ ਜਾਂ ਸਾਥੋਂ ਕੋਈ ਸਾਡਾ ਗਲਤ ਕੰਮ ਕਰਦਾ। ਜੇ ਕੋਈ ਵੀ ਵਰਕਰ ਕਿਸੇ ਵੀ ਧੜੇ ਨਾਲ ਸੰਬੰਧ ਰੱਖਦਾ, ਚਾਹੇ ਉਹ ਬਾਂਸਲ ਧੜੇ ਨਾਲ ਰੱਖਦਾ ਹੋਵੇ, ਚਾਹੇ ਉਹ ਮਾਨਸ਼ੀਆ ਸਾਹਿਬ ਨਾਲ ਧੜੇ ਨਾਲ ਰੱਖਦਾ ਹੋਵੇ, ਅਸੀਂ ਕਿਸੇ ਦਾ ਮਾੜਾ ਨਹੀਂ ਕੀਤਾ ਕਿਤੇ ਵੀ। ਕੋਈ ਇੱਕ ਬੰਦਾ ਕਹਿ ਦੇ ਵੀ ਗਾਗੋਵਾਲ ਪਰਿਵਾਰ ਨੇ ਮੇਰਾ ਮਾੜਾ ਕੀਤਾ, ਮੇਰੇ ਖਿਲਾਫ ਪਿੰਡ ਮੇਰੇ 'ਤੇ ਕੋਈ ਪਰਚਾ ਕਰਾਉਣ ਦੀ ਕੋਸ਼ਿਸ਼ ਵੀ ਕੀਤੀ ਹੈ, ਕਰਾਉਣਾ ਦੂਰ ਦੀ ਗੱਲ ਆ। ਇਸੇ ਤਰ੍ਹਾਂ ਬਈ ਕਿਹੜਾ ਅੱਗੇ ਦਾ ਫੈਸਲਾ ਹੋਊਗਾ ਉਹ ਅਸੀਂ ਆਪਦੇ ਵਰਕਰਾਂ ਨਾਲ ਇਦੋਂ ਵਰਕਰ ਮੀਟਿੰਗ ਕਰਕੇ ਤੁਹਾਨੂੰ ਦੱਸ ਦਿੱਤਾ ਜਾਊਗਾ। ਜੇ ਸਿੱਧੂ ਮੂਸੇਵਾਲੇ ਨੂੰ ਟਿਕਟ ਮਿਲਦੀ ਆ ਉਹਦਾ ਸਮਰਥਨ ਹੋਊਗਾ ਕਿ ਹੁੰਦਾ ਨਹੀਂ? ਨਹੀਂ ਹੁੰਦਾ ਜੀ, ਨਹੀਂ ਹੁੰਦਾ ਜੀ, ਨਹੀਂ ਹੁੰਦਾ। ਦੇਖੋ ਜੀ ਫੋਟੋਆਂ ਦੇਖੋ ਪਾਰਟੀ ਦੇ ਪ੍ਰਧਾਨ ਨੇ, ਸਾਡਾ ਜਾਣ ਦਾ ਫਰਜ਼ ਹੈ ਜੀ। ਉਹਨਾਂ ਦੇ ਘਰੇ ਗਏ ਸੀਗੇ, ਸਿੱਧੂ ਸਾਹਿਬ ਦੇ ਆਪਦੀ ਰਿਹਾਇਸ਼ 'ਤੇ ਗਏ ਸੀਗੇ। ਅਸੀਂ ਕੋਈ ਤਾਂ ਮਿਲੇ ਨਹੀਂ ਗਏ ਜੀ। ਸਿੱਧੂ ਸਾਹਿਬ ਨੇ ਬੁਲਾਇਆ ਸੀਗਾ, ਉਹਨਾਂ ਨੂੰ ਵੀ ਬੁਲਾਇਆ ਹੋਊਗਾ, ਹੋਰ ਵੀ ਡਿਸਕਸ਼ਨ ਹੋਈਆਂ, ਪਰ ਉੱਥੇ ਜਵਾਬ ਦੇ ਕੇ ਆਏ ਸੀ, ਕਿਉਂਕਿ ਤੁਹਾਨੂੰ ਵੀ ਪਤਾ ਜੀ, ਆਪਣੇ ਤੁਸੀਂ ਸਾਰੇ ਜਾਣਦੇ ਹੋ ਬਈ ਪਹਿਲਾਂ ਵੀ ਸਾਨੂੰ ਚੇਅਰਮੈਨੀ ਵਾਸਤੇ ਜਦੋਂ ਕੋਡ ਆਫ ਕੰਡਕਟ ਨਹੀਂ ਲੱਗਿਆ ਸੀ ਉਦੋਂ ਵੀ ਸਾਨੂੰ ਆਫਰ ਆਈਆਂ ਸੀਗੀਆਂ ਜੀ।
ਕੱਲ ਵੀ ਕੋਈ ਆਫਰ ਆਈ ਹੈ ਉਹਨੂੰ? ਹਾਂਜੀ ਉਹ ਪਰ ਅਸੀਂ ਜੇ ਲੈਣੀ ਹੁੰਦੀ, ਜੇ ਆਪਾਂ ਆਫਰ ਮੰਨਣੀ ਹੁੰਦੀ, ਕੋਈ ਚੇਅਰਮੈਨ ਦੀ ਕੋਈ ਕਿਸੇ ਦੀ ਵੀ ਚੱਲ ਲਾ ਲਓ, ਕਿਉਂਕਿ ਪਾਰਟੀ ਦੇ ਵਿਦਨ ਤੇ ਪਾਰਟੀ ਹੈ, ਅਸੀਂ ਪਾਰਟੀ ਦੇ ਵਿੱਚ ਹਾਂ, ਅਸੀਂ ਪਾਰਟੀ ਦੀ ਗੱਲਾਂ ਜੇ ਐਂ ਗੱਲ ਕਰਦੇ ਹਾਂ, ਸਾਨੂੰ ਸ਼ੋਅ ਬਣ ਜਾਂਦੀ। ਹਰੇਕ ਦਾ ਅੱਡ ਨਜ਼ਰੀਆ ਹੁੰਦਾ। ਸਾਡਾ ਮੈਂ ਕਿਤੇ ਵੀ ਕਿਸੇ ਸ਼ਾਨ ਦੇ ਖਿਲਾਫ ਨਹੀਂ ਬੋਲਿਆ ਪਹਿਲਾਂ ਵੀ, ਕਿਉਂਕਿ ਸਿੱਧੂ ਮੂਸੇਵਾਲੇ ਸਾਹਿਬ ਦਾ ਸਭ ਤੋਂ ਪਹਿਲਾਂ ਵਿਰੋਧ ਅਸੀਂ ਕੀਤਾ ਸੀਗਾ ਜੀ, ਜਿੱਦਣੋਂ ਜੁਆਇਨ ਕੀਤੇ ਸੀ। ਵਿਰਾਸਤ ਪੈਲਸ 'ਚ ਅਸੀਂ ਵਰਕਰ ਮੀਟਿੰਗ ਕੀਤੀ ਸੀ 2500 ਬੰਦੇ ਦੀ। ਉਦੋਂ ਬਾਅਦ ਅਸੀਂ ਰੈਲੀ ਕੀਤੀ ਜੀ, ਤੇ ਉਦੋਂ ਬਾਅਦ ਜਦੋਂ ਉਹਨਾਂ ਨਾਲ ਗੱਲ ਕਰਦੇ ਆ ਨਾ, ਜੇ ਉਹਨਾਂ ਨਾਲ ਕਿਤੇ ਵੀ ਗੱਲ ਹੋਈ ਹੈ ਜਾਂ ਉਹਨਾਂ ਦੇ ਵਰਕਰਾਂ ਨਾਲ, ਉਹ ਕਹਿੰਦੇ ਆ ਸਾਡੀ ਗੱਲ ਹੋ ਗਈ ਅੰਦਰ, ਕਦੀ ਮਾਈਕਲ ਨਾਲ ਸਾਡੀ ਇੱਕੋ ਗੱਲ ਆ, ਸਾਡੇ ਨਾਲ ਹੀ ਆ ਕੇ ਖੜੂਗਾ, ਅੱਜ ਨਹੀਂ ਗੱਲ। ਉਹਦੇ ਦੇਖੋ ਬਾਂਸਲ ਸਾਹਿਬ ਵੀ ਪਿਛਲੀ ਵਾਰੀ ਐਂ ਕਹਿੰਦੇ ਸੀ ਵੀ ਗਾਗੋਵਾਲ ਪਰਿਵਾਰ ਸਾਡਾ ਪਰਿਵਾਰ ਆ। ਉਹਦਾ ਜੀ ਉਹਨਾਂ ਇਲੈਕਸ਼ਨ ਲੜਨੀ ਆ, ਉਹਨਾਂ ਦਾ ਫਰਜ਼। ਜੇ ਮੈਂ ਉਹਨਾਂ ਥਾਂ ਮੈਂ ਕੀ ਕਹੂੰਗਾ, ਮੈਂ ਵੀ ਐਂ ਕਹੂੰਗਾ ਜੀ। ਜੇ ਮੈਂ ਇਲੈਕਸ਼ਨ ਨਾਲ ਜੇ ਮੈਂ ਕੰਪਰੋਮਾਈਜ਼ ਕਰਦਾ ਜਾਂ ਮੈਂ ਉਹਨਾਂ ਦੀ ਮਦਦ ਕਰਦਾ ਹੁੰਦਾ, ਮੈਂ ਕੱਲ ਵੀ ਸਪੋਰਟਸ ਕਿੱਟਾਂ ਵੰਡ ਕੇ ਆਈ, ਪਰਸੋਂ ਵੀਰ ਖੁਰਦ ਪਿੰਡ ਖੜੇ ਨੇ ਤੇ ਵੀਰ ਖੁਰਦ ਵਾਲੇ, ਕੱਲ ਨੂੰ ਮੈਂ ਕੋਟਲੀ ਵੰਡਣੀ ਆ ਜੀ, ਪਰਸੋਂ ਮੈਂ ਤਾਮਕੋਟ ਵੰਡਣੀ ਆ। ਮੈਂ ਆਪਦੇ ਘਰ ਚੋਂ ਖਰਚਾ ਕਰਕੇ ਜੀ, ਆਪਦੇ ਘਰ ਵਾਸਤੇ, ਆਪਦੇ ਘਰ ਤੋਂ ਮੈਂ ਆਪਾਂ ਅਸੀਂ ਕੁਝ ਦੇ ਰਹੇ ਹਾਂ, ਪਰ ਐਂ ਆਪਦੇ ਵਰਕਰਾਂ ਨੂੰ ਤੇ ਆਪਦੇ ਲੋਕਾਂ ਨੂੰ ਤਾਂ ਨਾਲ ਰੱਖਣਾ ਨਹੀਂ। ਜੇ ਮੈਂ ਕੋਈ ਇਲੈਕਸ਼ਨ ਨਾਲ ਲੜਨੀ ਹੋਵੇ ਜਾਂ ਮੈਂ ਇਲੈਕਸ਼ਨ ਵਾਸਤੇ ਕੋਈ ਮੈਂ ਕਹਿੰਦਾ ਵੀ ਮੂਸੇ ਨੂੰ ਮੈਂ ਕੋਈ ਬਈ ਮੈਂ ਅਸੀਂ ਇਹਨਾਂ ਦੀ ਮਦਦ ਕਰ ਦਾਂਗੇ, ਫਿਰ ਮੈਂ ਆਪਦੇ ਘਰ ਚੋਂ ਖਰਚਾ ਕਿਉਂ ਕਰਾਂ ਜੀ? ਕੋਈ ਵੀ ਤੁਸੀਂ ਸਾਰੇ ਸਿਆਣੇ, ਤੁਸੀਂ ਸਾਰੇ ਮੇਰੇ ਤੋਂ ਸਮਝਦਾਰ ਹੋ। ਜੇ ਮੈਂ ਆਪਦੇ ਘਰ ਚੋਂ ਖਰਚਾ ਕਰਕੇ ਆਪਦੇ ਸਪੋਰਟਸ ਕਿੱਟਾਂ ਵੰਡਾਂ, ਕਿਉਂਕਿ ਵੋਟਾਂ ਤੋਂ ਪਹਿਲਾਂ ਹਰ ਕੋਈ ਵੰਡਦਾ ਜੀ, ਹਰ ਕੋਈ ਵੰਡਦਾ, ਪਰ ਕਿਦੋਂ ਪਤਾ ਹੋਈ ਵੀ ਟਿਕਟ ਨਹੀਂ ਮਿਲ ਰਹੀ ਤਾਂ ਵੀ ਮੈਂ ਵੰਡ ਰਿਹਾ। ਕੋਈ ਐ ਨਹੀਂ ਵੱਡੀ ਗੱਲ ਕਰ ਰਿਹਾ ਮੈਂ, ਕੋਈ ਐ ਨਹੀਂ ਕੋਈ ਮੈਂ ਲੋਕਾਂ ਦਾ ਆਸਾਨ ਕਰ ਰਿਹਾ, ਪਰ ਮੈਂ ਸੁਣੀ ਕਿ ਉਹ ਦੱਸ ਰਿਹਾ ਸਾਡਾ ਸਟੈਂਡ ਕਲੀਅਰ ਬਈ ਜੇ ਕਾਂਗਰਸ ਨੂੰ ਮਿਲਦੀ ਹੈ ਜ਼ਰੂਰ ਕਰ ਦਾਂਗੇ, ਜੇ ਉਹਨਾਂ ਨੂੰ ਨਹੀਂ ਮਿਲਦੇ ਨਹੀਂ ਕਰਾਂਗੇ ਜੀ। ਸਿੱਧੂ ਮੂਸੇਵਾਲੇ ਦੇ ਸਾਹਮਣੇ ਤੁਹਾਡੀ, ਨਵਜੋਤ ਸਿੱਧੂ ਦੇ ਸਾਹਮਣੇ ਤੁਹਾਡੀ ਕੀ ਗੱਲਬਾਤ ਹੋਈ? ਸਿੱਧੂ ਦੇਖੋ ਜੀ, ਉਹ ਤਾਂ ਪਾਰਟੀ ਦੇ ਹੁਣ ਦੇਖੋ, ਮੈਂ ਜਿਹਦਾ ਪਾਰਟੀ 'ਚ ਛੱਡਦਾ ਫਿਰ ਤਾਂ ਮੈਂ ਤੁਹਾਨੂੰ ਦੱਸਦਾ ਸਾਰੀ ਗੱਲ। ਉਹਨਾਂ ਨੇ ਕਿਹਾ ਵੀ ਪਾਰਟੀ ਦੇ ਪ੍ਰਧਾਨ ਦਾ ਇੱਕ ਧਰਮ ਹੁੰਦਾ ਜਾਂ ਲਾ ਲਓ, ਜਾਂ ਉਹਨਾਂ ਦਾ ਇੱਕ ਫਰਜ਼ ਹੁੰਦਾ ਵੀ ਪਾਰਟੀ ਨੂੰ ਇਕੱਠੇ ਰੱਖਣਾ। ਉਹਨਾਂ ਨੇ ਵੀ ਕੁਛ ਕਿਹਾ ਹੋਊਗਾ ਜੀ, ਇਹਨੀ ਮਦਦ ਕਰੋ, ਠੀਕ ਹੈ ਜੀ, ਐ 100 ਗੱਲਾਂ ਹੁੰਦੀਆਂ ਨੇ ਜੀ। ਉਹ ਸਾਡਾ ਫੈਸਲਾ ਸੀ ਮਦਦ ਕਰਨੀ ਨਹੀਂ ਕਰਨੀ। ਅਜੇ ਟ੍ਰਿਬਿਊਨ ਨੇ ਤਾਂ ਨਾਲ ਦੀ ਟ੍ਰਿਬਿਊਨ ਆਪਣੇ ਦਾ ਇੰਗਲਿਸ਼ ਟ੍ਰਿਬਿਊਨ ਦਾ ਮੈਨੂੰ ਫੋਨ ਆਇਆ ਜੀ, ਅਜੀਤ ਦੇ ਪੱਤਰਕਾਰ ਦਾ ਮੈਨੂੰ ਫੋਨ ਆਇਆ, ਉਹ ਬਈ ਕਹਿੰਦੇ ਵੀ ਆਹ ਫੋਟੋ ਮੈਂ ਬਈ ਬੁਲਾਇਆ, ਜਾਣ ਦੀ ਸਾਡੀ ਆਪਣਾ ਫਰਜ਼ ਆ। ਜੇ ਸਾਨੂੰ ਕੱਲ੍ਹ ਨੂੰ ਬੁਲਾਉਣਾ ਮੈਂ ਕੱਲ੍ਹ ਨੂੰ ਵੀ ਜਾਊਂਗਾ ਜੀ। ਮੈਨੂੰ ਹਰੀਸ਼ ਚੌਧਰੀ ਜੀ ਵੀ ਨੇ ਬੁਲਾਇਆ ਸੀ ਰੈਲੀ ਤੋਂ ਪਹਿਲਾਂ, ਕੱਲਿਆਂ ਨੂੰ ਅਸੀਂ ਮੌੜ ਵੀ ਰੈਲੀ ਕੀਤੀ ਹੈ। ਪਰ ਐਂ ਨਹੀਂ ਕਿ ਅਸੀਂ ਉਹਨਾਂ ਦੇ, ਦੇਖੋ ਉਹ ਸਾਡੇ ਪਾਰਟੀ ਦੇ ਲੀਡਰ ਨੇ, ਸਾਡਾ ਜਾਣ ਦਾ ਫਰਜ਼ ਹੈ। ਜਿਵੇਂ ਅੱਜ ਐਮਐਲਏ ਸਾਹਿਬ ਦੀ ਮੈਂ ਅੱਜ ਇੰਟਰਵਿਊ ਸੁਣ ਰਿਹਾ ਸੀ, ਮਾਨਸ਼ੀ ਸਾਹਿਬ ਦੇ ਪਹਿਲਾਂ ਸਿੱਧੂ ਮੂਸੇਵਾਲਾ ਸਾਹਿਬ ਘਰੇ ਜਾ ਕੇ ਆਏ ਨੇ। ਮਾਨਸ਼ੀ ਸਾਹਿਬ ਦੇ ਘਰੇ ਤਾਂ ਕੋਈ ਵੀ ਬੰਦਾ ਸਕਦਾ, ਕੱਲ੍ਹ ਨੂੰ ਮੇਰੇ ਘਰੇ ਆ ਜਾਣਗੇ ਜੀ, ਕੱਲ੍ਹ ਨੂੰ ਪਿਛਲੀ ਵਾਰੀ ਬਾਂਸਲ ਸਾਹਿਬ ਸਾਡੇ ਘਰੇ ਵੀ ਆ ਕੇ ਗਏ ਨੇ, ਪਰ ਐਂ ਤਾਂ ਨਹੀਂ ਅਸੀਂ ਮਦਦ ਕਰਤੀ ਉਹਨਾਂ ਦੀ। ਉਹ ਤਾਂ ਵਰਕਰਾਂ ਦੇ ਨਾਲ ਚਲੇ ਜਾਊ, ਲੋਕਾਂ ਦੇ ਨਾਲ ਚਲੇ ਜਾਊਗਾ। ਤਾਂ ਕਰਕੇ ਹੁਣ ਮਾਨਸ਼ੀ ਸਾਹਿਬ ਦੇ ਸਿੱਧੂ ਮੂਸੇਵਾਲਾ ਸਾਹਿਬ ਘਰੇ ਜਾ ਕੇ ਆਏ ਨੇ, ਪਰ ਕੱਲ੍ਹ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਵੀ ਅਸੀਂ ਉਹਨਾਂ ਨਾਲ ਨਹੀਂ ਹੈਗੇ। ਉਹਨਾਂ ਸਟੈਂਡ ਕਲੀਅਰ ਹੋ ਗਿਆ। ਪਾਰਟੀ ਦੇ ਸਾਡੇ ਲੀਡਰ ਨੇ, ਸਾਡਾ ਜਾਣ ਦਾ ਹੱਕ ਬਣਦਾ ਜੀ, ਕਿਉਂਕਿ ਅਸੀਂ ਪਾਰਟੀ ਦੇ ਮੈਂਬਰ ਹਾਂ, ਅਸੀਂ ਪੁਰਾਣੇ ਧੁਰ ਤੋਂ ਕਾਂਗਰਸੀ ਹਾਂ। ਜੇ ਅਸੀਂ ਨਹੀਂ ਜਾਵਾਂਗੇ, ਉਹਨਾਂ ਦੀ ਵੀ ਆਪਾਂ ਤੋਹੀਨ ਕਰਾਂਗੇ ਉਹਨਾਂ ਨੂੰ, ਆਪਾਂ ਜੇ ਨਾ ਜਾਵਾਂਗੇ। ਜੇਕਰ ਸਿੱਧੂ ਮੂਸੇਵਾਲੇ ਨੂੰ ਟਿਕਟ ਮਿਲਦੀ ਹੈ, ਤੁਸੀਂ ਸਾਰੇ ਆਗੂ ਆ ਜਿੰਨੇ ਸਾਰੇ ਤੁਸੀਂ ਬਗਾਵਤ ਕਰ ਰਹੇ ਹੋ, ਇਸ ਹਿਸਾਬ ਨਾਲ ਤਾਂ ਫਿਰ ਕਾਂਗਰਸ ਦੀ ਸੀਟ ਪਿੱਛੇ ਚਲੀ ਜਾਊਗੀ ਮਾਨਸਾ ਦੀ। ਤੇ ਫਿਰ ਉਹ ਤਾਂ ਹਾਈ ਕਮਾਂਡ ਦੇਖੇ ਜੀ, ਪਿਛਲੀ ਵਾਰ ਵੀ ਗਈ ਹੈ ਜੀ। ਪਿਛਲੀ ਵਾਰੀ ਇੱਕ ਟਿਕਟ ਦੇਣ ਦਾ ਸਦੂਗੜ ਵੀ ਹਾਰੇ, ਆਪਣਾ ਬੁਢਲਾਡਾ 1100 ਵੋਟਾਂ ਤੇ ਹਾਰਿਆ ਜੀ। ਜੇ ਇੱਕ ਟਿਕਟ ਗਲਤ ਹੋਈ, ਸਾਰੀ ਟਿਕਟਾਂ ਹਾਰ ਗਏ ਜੀ ਜ਼ਿਲ੍ਹੇ ਦੀਆਂ। 3 ਧਿਰਾਂ ਬਣੀਆਂ ਹੁਣ, ਕੀ 3 ਧਿਰਾਂ ਇਕੱਠੀਆਂ ਨਹੀਂ ਹੋ ਸਕਦੀਆਂ? ਕਾਂਗਰਸ ਹਾਈ ਕਮਾਂਡ ਨੂੰ ਮੰਗ ਨਹੀਂ ਕਰ ਸਕਦੀਆਂ 3 ਧਿਰਾਂ ਇਕੱਠੀਆਂ ਹੋ ਕੇ ਵੀ ਸਾਡੇ ਚੋਂ ਇੱਕ ਨੂੰ ਦੇ ਦੇ? ਜੀ ਸਾਰੇ ਮੰਗ ਰਹੇ ਜੀ, ਸਾਰੇ। ਅੱਜ ਕੱਲ ਮਾਨਸ਼ੀ ਸਾਹਿਬ ਨੇ ਵੀ ਕਿਹਾ ਵੀ ਕਾਂਗਰਸ ਨੂੰ ਦੇ ਦਿਓ, ਅਸੀਂ ਵੀ ਕਹਿ ਰਹੇ ਕਾਂਗਰਸ ਨੂੰ ਦੇ ਦਿਓ, ਸਰਵੇ ਹਿਸਾਬ ਨਾਲ ਟਿਕਟ ਦੇ ਦਿਓ, ਜਿਹਦੇ ਸਰਵੇ ਡਿਜ਼ਰਵਿੰਗ ਸਰਵੇਗਾ। ਕੈਪਟਨ ਅਮਰਿੰਦਰ ਸਿੰਘ ਦੇ ਤੁਹਾਡਾ ਪਰਿਵਾਰ ਸਭ ਤੋਂ ਨਜ਼ਦੀਕੀ ਹੈ, ਕੀ ਤੁਸੀਂ ਕਾਂਗਰਸ ਛੱਡ ਕੇ ਕੈਪਟਨ ਅਮਰਿੰਦਰ ਸਿੰਘ ਨਾਲ ਜਾ ਸਕਦੇ ਹੋ? ਨਹੀਂ ਜੀ, ਹਾਲੇ ਤਾਂ ਕੋਈ ਫੈਸਲਾ ਨਹੀਂ ਇਹ ਜਿਹਾ। ਵੈਸੇ ਤੁਹਾਨੂੰ ਦੱਸਿਆ ਨਾ, ਅਸੀਂ ਕਾਂਗਰਸ ਦੇ ਵਿੱਚ ਹੈਗੇ ਹਾਂ ਜੀ। ਅਸੀਂ ਕੱਲ ਜੇ ਮੈਂ ਜਾਣਾ ਹੁੰਦਾ, ਮੈਂ ਕੱਲ ਸਿੱਧੂ ਸਾਹਿਬ ਕੋਲ ਕਿਉਂ ਜਾਂਦਾ ਜੀ? ਜੇ ਮੈਂ ਉਹਨਾਂ ਦੀ ਪਾਰਟੀ 'ਚ ਜਾਣਾ ਹੁੰਦਾ, ਜੇ ਮੇਰਾ ਕੋਈ ਫੈਸਲਾ ਹੁੰਦਾ, ਮੈਂ ਸਿੱਧੂ ਸਾਹਿਬ ਦੇ ਅੱਗੇ ਕਿਉਂ ਜਾਂਦਾ ਬੁਲਾਇਆ ਤਾਂ? ਮੂਸੇਵਾਲੇ ਨੂੰ ਟਿਕਟ ਦੇ ਦਿੰਦੇ ਆਜ਼ਾਦ ਲੜਨ ਦਾ। ਦੇਖੋ ਜੀ, ਉਹ ਤਾਂ ਵਰਕਰ ਹੀ ਰਹਿ ਲਵਾਂ ਜੀ। ਮੈਂ ਤੁਹਾਨੂੰ ਕੀ, ਮੈਂ ਪਹਿਲਾਂ ਵੀ ਵਰਕਰ, ਮਤਲਬ ਸਾਰੇ ਅਸੀਂ ਇੱਕ ਦੋ ਵਾਰ ਵਰਕਰ ਮੀਟਿੰਗ ਕਰਾਂਗੇ ਸਾਰੇ, ਕਿਹੜੇ ਅਸੀਂ ਆਪਣੇ 100-200 ਵਰਕਰ ਆ, ਕਿਹੜਾ ਮੇਨ ਸ਼ਹਿਰ ਦੇ ਵਿੱਚ ਵੀ ਨੇ, ਭੀਖੀ ਦੇ ਵਿੱਚ ਵੀ ਨੇ, ਪਰ ਅਸੀਂ ਸਾਰੇ ਆਪਦੇ ਰਾਏ ਕਰਕੇ ਉਸ ਨੂੰ ਅੱਗੇ ਜ਼ਰੂਰ ਦੱਸਿਆ ਜਾਵੇਗਾ। ਕਿਉਂ ਨਹੀਂ ਐਕਸੈਪਟ ਕਰ ਰਹੇ ਫਿਰ ਸਿੱਧੂ ਮੂਸੇਵਾਲੇ ਨੂੰ? ਕਾਂਗਰਸੀ ਤਾਂ ਉਹ ਵੀ ਨੇ, ਕਿਉਂਕਿ ਕਾਂਗਰਸ ਦੇ ਵਿੱਚ ਹੀ ਜੁਆਇਨ ਕੀਤਾ ਸਿੱਧੂ ਮੂਸੇਵਾਲੇ ਨੇ, ਫਿਰ ਐਕਸੈਪਟ ਕਿਉਂ ਨਹੀਂ ਕਰ ਰਹੇ ਉਸ ਨੂੰ? ਨਹੀਂ ਐਕਸੈਪਟ ਨਹੀਂ, ਰੌਲਾ ਜੀ ਮਿਹਨਤ ਦਾ ਰੌਲਾ ਜੀ। ਹੁਣ 1992 ਤੋਂ ਲੈ ਕੇ 2012 ਤੱਕ ਸਾਡੇ ਪਰਿਵਾਰ ਨੇ ਇੱਥੇ ਨੁਮਾਇੰਦਗੀ ਕੀਤੀ ਹੈ। ਸਾਨੂੰ ਪਤਾ ਸੀ ਵੀ ਕਿਹੜਾ ਕਾਂਗਰਸੀ ਹੈ, ਕਿਹੜਾ ਕਾਂਗਰਸ ਦੇ ਪਿੱਛੇ ਛੁਰਾ ਭੋਕਿਆ। ਕਿ 2009 ਦੇ ਵਿੱਚ ਆਪਣਾ 2017 ਤੱਕ ਅਸੀਂ ਨੁਮਾਇੰਦਗੀ ਕੀਤੀ। 2017 ਤੱਕ ਸਾਨੂੰ ਪਤਾ ਸੀ ਵੀ 25 ਸਾਲਾਂ ਦੇ ਵਿੱਚ ਕਿਹੜਾ ਕਾਂਗਰਸੀ ਹੈ, ਕਿਹਨੇ ਕਾਂਗਰਸ ਦੇ ਵਿੱਚ ਪਿੱਠ 'ਤੇ ਛੁਰਾ ਭੋਕਿਆ, ਜਿਹਦਾ ਕਿੰਨਾ ਮੁੱਲ ਪੈਣਾ ਚਾਹੀਦਾ,
ਸਾਰੀ ਟਿਕਟ ਕੱਢ ਕੇ ਬਾਂਸਲ ਸਾਹਿਬ ਨੂੰ ਟਿਕਟ ਦੇ ਦਿੱਤੀ ਜੀ। 2-3 ਸਾਲ ਉਹਨਾਂ ਨੇ ਹੌਲੀ ਹੌਲੀ ਰਾਬਤਾ ਕਾਇਮ ਕੀਤਾ ਹੋਊਗਾ, ਚਲੋ ਮੈਂ ਉਹ ਗੱਲਾਂ 'ਚ ਨਹੀਂ ਪੈਣਾ। ਫਿਰ ਮਾਨਸ਼ੀਆ ਸਾਹਿਬ ਆ ਗਏ ਜੀ, ਮਾਨਸ਼ੀਆ ਸਾਹਿਬ ਨੇ ਹੌਲੀ ਕਰ ਲਾਂਗੇ। ਫਿਰ ਝਲਬੂਟੀ ਸਾਹਿਬ ਨੂੰ ਫੰਡ ਦਿੱਤੇ ਜੀ। ਚਲੋ ਝਲਬੂਟੀ ਸਾਹਿਬ ਪੁਰਾਣੇ ਕਾਂਗਰਸੀ ਨੇ, ਮੈਂ ਨਹੀਂ ਕਹਿੰਦਾ, ਪਰ ਇੱਕ ਲੀਡਰ ਹੋਵੇ ਜਿਹਨਾਂ ਕਾਂਗਰਸੀ ਵਰਕਰ ਨਾ ਤੰਗ ਹੋਣ। ਮੈਂ ਬੁਲਾ ਲੈਣਾ, ਕੋਈ ਮਾਨਸ਼ੀਆ ਸਾਹਿਬ ਬੁਲਾ ਲੈਂਦੇ ਆ, ਕੋਈ ਬਾਂਸਲ ਬੁਲਾ ਲੈਂਦਾ, ਕੋਈ ਵਿੱਕੀ ਬੁਲਾ ਲੈਂਦੇ ਆ, ਕਾਂਗਰਸੀ ਵਰਕਰਾਂ ਨੂੰ ਪਤਾ ਸੀ ਕਿੱਧਰ ਜਾਣਾ ਹੈਗਾ ਜੀ। ਤਾਂ ਕਰਕੇ ਟਿਕਟ ਉਹਨੂੰ ਮਿਲੇ ਜਿਹੜਾ ਤੇ ਚੋਣ ਲੜੂਗਾ, ਇੱਥੋਂ ਜਿੱਤੇ ਆ ਰਹੇ ਪਰ ਲੋਕਾਂ ਦੇ ਵਿੱਚ ਰਹੇ। ਮੇਨ ਮਕਸਦ ਆ ਗਿਆ ਜੀ। ਦੇਖੋ ਐਮਐਲਏ ਦਾ ਦੇਖੋ, ਜਿਹਦੀ ਕਿਸਮਤ ਆ ਉਹਨੂੰ ਕਿਸਮਤ ਨਾਲ ਮਿਲ ਹੀ ਜਾਣਾ। ਮਿਹਨਤ ਕਰਨਾ ਆਪਣਾ ਫਰਜ਼ ਹੈ, ਕੋਈ ਕੋਈ ਕਿਸ ਤੋਂ ਖੋ ਨਹੀਂ ਸਕਦਾ। ਪਰ ਸਾਡਾ ਇੱਕ ਫਰਜ਼ ਹੈ ਵੀ ਵੋਟਾਂ ਬਾਅਦ ਐ ਨਾ ਹੋਵੇ ਯਾਰ ਬਈ 2017 ਵਾਲਾ, ਫਿਰ 2017 ਤੋਂ ਲੈ ਕੇ 2022 ਵਾਲਾ ਕਿਹੜਾ 5 ਸਾਲ ਰਹੇ ਨੇ ਕਾਂਗਰਸ ਦੇ ਹੁੰਦੇ ਹੋਏ ਵੀ ਕਾਂਗਰਸ ਨਾਲ ਮਾੜੀ ਹੁੰਦੀ ਰਹੀ ਹੈ ਜੀ। ਜੇਕਰ ਤੁਸੀਂ ਸਾਰੇ ਆਗੂ ਮੰਨ ਰਹੇ ਹੋ ਕਿ ਤੁਸੀਂ ਮਿਹਨਤ ਕੀਤੀ ਹੈ, ਫਿਰ ਤੁਸੀਂ ਜਿੰਨੇ ਵੀ ਆਗੂ ਆ ਸਾਰੇ ਇੱਕ ਮੰਚ ਤੇ ਕਿਉਂ ਨਹੀਂ ਇਕੱਠੇ ਹੋ ਰਹੇ? ਇੱਕ ਮੰਚ ਤੇ ਦੱਸੋ ਕਿੱਥੇ ਇਕੱਠੇ ਹੋਣਾ। ਮੈਂ ਇੱਥੋਂ ਤੁਹਾਡੇ ਮਾਧਿਅਮ ਰਾਹੀਂ ਕਹਿਣਾ, ਐਮਐਲਏ ਸਾਹਿਬ ਸਭ ਤੋਂ ਸੀਨੀਅਰ ਨੇ, ਉਹਨਾਂ ਦੇ ਘਰੇ ਜਾਂ ਉਹਨਾਂ ਦੇ ਆਪਣਾ ਨਹੀਂ ਅਲੱਗ-ਅਲੱਗ ਕਾਨਫਰੰਸਾਂ ਹੋ ਰਹੀਆਂ, ਤੁਹਾਡੇ ਜਿੰਨੇ ਵੀ ਆਗੂ ਨੇ ਅਲੱਗ-ਅਲੱਗ ਕਾਨਫਰੰਸਾਂ ਕਰ ਰਹੇ ਨੇ, ਇੱਕ ਮੰਚ ਤੇ ਫਿਰ ਵੀ ਕਿਉਂ ਨਹੀਂ ਇਕੱਠੇ ਕਿਉਂ ਨਹੀਂ ਹੋ ਰਹੇ? ਦੇਖੋ ਮੇਰੀ ਗੱਲ ਸੁਣੋ, ਮੈਂ ਉਮਰ ਸਭ ਤੋਂ ਛੋਟਾ ਮੈਂ ਤਾਂ, ਠੀਕ ਹੈ ਜੀ। ਉਹ ਵੱਡਿਆਂ ਦਾ ਫੈਸਲਾ ਹੈਗਾ। ਗਾਗੋਵਾਲ ਸਾਹਿਬ 2002 'ਚ, ਜੇ ਤੁਹਾਨੂੰ ਯਾਦ ਆ, ਤੁਹਾਨੂੰ ਸਾਰਿਆਂ ਨੂੰ, ਆ ਸਾਰੇ ਬੈਠੇ ਨੇ, 2002 'ਚ ਗਾਗੋਵਾਲ ਸਾਹਿਬ ਨੇ ਸਭ ਨੂੰ ਇਕੱਠੇ ਕੀਤਾ ਸੀਗਾ ਜੀ। ਉਹਦੇ ਵਿੱਚ ਚਲੋ ਮੈਂ ਨਾਮ ਨਹੀਂ ਲੈਂਦਾ, ਇੱਥੇ ਅਗਲੇ ਕਹਿਣਗੇ ਮਤਲਬ ਜਦੋਂ ਇੱਥੇ ਮੌਜੂਦ ਹੀ ਹੈ ਨਹੀਂ ਕਈ ਬੰਦੇ, ਆ ਭੂਸ਼ਣ ਜੀ ਬੈਠੇ ਨੇ, ਦਰਸ਼ਕ ਖਾਰਾ ਜੀ ਬੈਠੇ ਨੇ, ਗੋਲਡੀ ਬੈਠਿਆ, ਸਾਰੇ ਬੈਠੇ ਨੇ, ਸਾਰੇ ਸਰਪੰਚ ਅਮਰੀਕ ਜੀ ਖੜੇ ਨੇ ਪਿੱਛੇ। 2002 ਦੇ ਵਿੱਚ ਗਊਸ਼ਾਲਾ ਦੇ ਵਿੱਚ ਇਕੱਠ ਕੀਤਾ ਸੀਗਾ ਇੱਕ ਮੰਚ ਤੇ ਉਹਨਾਂ ਨੇ ਫੈਸਲਾ ਕੀਤਾ ਵੀ ਆਪਾਂ ਆਜ਼ਾਦ ਲੜਾਵਾਂਗੇ। ਮਾਨਸ਼ੀਆ ਸਾਹਿਬ ਸਭ ਤੋਂ ਸੀਨੀਅਰ ਨੇ, ਉਹ ਇਕੱਠੇ ਕਰ ਲੈਣ, ਅਸੀਂ ਕਿੱਥੇ, ਉਹ ਕਹਿਣਗੇ ਅਸੀਂ ਵਗ ਜਾਾਂਗੇ। ਤੇ ਜਿਵੇਂ ਫੈਸਲਾ ਆਊਗਾ ਸਾਰਿਆਂ ਦਾ ਇਕੱਠਿਆਂ ਦਾ, ਕੱਲੇ ਲੀਡਰਾਂ ਦੀ ਗੱਲ ਵੀ ਨਾ ਕਰੋ ਨਾ, ਵਰਕਰਾਂ ਦੀ ਗੱਲ ਕਰੋ। ਲੀਡਰਾਂ ਨੇ ਵੋਟਾਂ ਨਹੀਂ ਪਾਉਣੇ, ਪੋਲਿੰਗ ਬੂਥ ਲਾਉਣਾ ਵਰਕਰਾਂ ਨੇ, ਲੀਡਰਾਂ ਨੇ ਪੋਲਿੰਗ ਬੂਥ ਲਾਉਣਾ ਜੀ। ਅਸੀਂ ਤਾਂ ਚਿੱਟੇ ਪਾ ਕੇ ਸਵੇਰੇ ਨਿਕਲ ਜਾਣਾ ਹੈਗਾ, ਠੀਕ ਹੈ ਜੀ। ਕਿਹੜੇ ਉੱਥੇ ਪੋਲਿੰਗ ਬੂਥ ਲਾਉਣਗੇ, ਐ ਨਾ ਹੋਵੇ ਬਈ ਵਰਕਰ ਕਿਸੇ ਹੋਰ ਸਹਿਮਤ ਨਾ ਹੋਣ, ਅਸੀਂ ਲੀਡਰ ਕੋਈ ਹੋਰ ਸਹਿਮਤੀ ਕਰ ਲਈਏ ਜੀ। ਤਾਂ ਹੀ ਕਰਕੇ ਕਿਵੇਂ ਬਈ ਨੇ ਪੁੱਛਿਆ PLC ਕਿੰਨੀ ਹੋ, ਹਾਲੇ ਕੋਈ ਵਰਕਰ ਹੀ, ਜਿਵੇਂ PLC ਜਾਣਾ ਹੁੰਦਾ ਮੈਂ ਇਹਨਾਂ ਨਾਲ ਸਲਾਹ ਕਿਉਂ ਕਰਦਾ ਜੀ? ਇਹਨਾਂ ਨਾਲ ਸਲਾਹ ਕਰਕੇ ਜਿਵੇਂ ਕਹਿਣਗੇ ਉਵੇਂ ਕਰਾਂਗੇ। ਪਰ ਮਾਨਸ਼ੀ ਸਾਹਿਬ ਸਭ ਤੋਂ ਸੀਨੀਅਰ ਨੇ, ਸਾਨੂੰ ਇਕੱਠੇ ਕਰ ਲੈਣਾ, ਅਸੀਂ ਹੋ ਜਾਾਂਗੇ ਜੀ। ਜਿਵੇਂ ਸਾਰਾ ਦਾ ਫੈਸਲਾ ਉਹ ਅਸੀਂ ਮਨਜ਼ੂਰ ਹੈ। ਮਾਈਕਲ, ਜਿਵੇਂ ਆਪਾਂ ਹੁਣ ਪਹਿਲਾਂ ਵੀ ਇਹਨਾਂ ਨੇ ਗੱਲ ਕਰੀ ਆ, ਜੇ ਲੱਗਦਾ ਗਾ ਵੀ ਹਾਂ ਸਿੱਧੂ ਮੂਸੇਵਾਲੇ ਨੂੰ ਹੀ ਟਿਕਟ ਮਿਲ ਗਈ, ਤੁਹਾਡੇ ਜਿਵੇਂ ਦਾਦਾ ਜੀ ਨੇ ਕਿਸੇ ਸਮੇਂ ਆਜ਼ਾਦ ਲੜ ਕੇ ਜਿੱਤ ਪ੍ਰਾਪਤ ਕਰਕੇ ਕਾਂਗਰਸ ਨੂੰ ਦਿਖਾਇਆ ਸੀ, ਉਹ ਇਹੋ ਜਿਹਾ ਕੋਈ ਸ਼ਕਤੀ ਪ੍ਰਦਰਸ਼ਨ ਜਿਵੇਂ ਹੁੰਦਾ ਤੁਸੀਂ ਇਕੱਠਾ ਕਰਕੇ? ਮੈਂ 2 ਵਾਰੀ ਕਰ ਚੁੱਕਿਆ ਜੀ, ਮੈਂ ਤਾਂ ਇਕੱਲਾ 2 ਵਾਰੀ ਸ਼ਕਤੀ ਪ੍ਰਦਰਸ਼ਨ ਕੀਤਾ। ਲੋੜ ਪੈ ਗਈ ਤਾਂ ਜੇ ਜਮਾ ਸਿਰ ਉੱਤੋਂ ਦੀ ਪਾਣੀ ਲੰਘਦਾ ਲੱਗਿਆ ਤਾਂ ਚੋਣ ਲੜ ਕੇ ਉਹ ਬਿਲਕੁਲ ਕਰ ਸਕਦੇ ਜੀ, ਜ਼ਰੂਰ ਕਰਾਂਗੇ ਜੀ। ਜੇ ਵਰਕਰ ਕਹਿਣਗੇ ਜ਼ਰੂਰ ਲੜਾਂਗੇ। ਉਦੋਂ ਵਰਕਰਾਂ ਨੇ, ਮੈਂ ਤੁਹਾਨੂੰ ਕੀ ਕਹਿੰਦਾ ਜੀ, ਉਦੋਂ ਮੈਂ ਹੁਣ ਲੀਡਰਾਂ ਦੇ ਤੁਹਾਨੂੰ ਵੀ ਪਤਾ ਕਿਹੜੇ ਉਦੋਂ ਲੀਡਰ ਗਾਗੋਵਾਲ ਸਾਹਿਬ ਨਾਲ ਸੀਗੇ, ਉਦੋਂ ਵੀ ਉਹਨਾਂ ਨੇ ਉੱਥੇ ਇਕੱਠ ਹੋਏ ਕਿਹਾ ਵੀ ਲੜੋ ਚੋਣ, ਤੇ ਜ਼ਰੂਰ ਲੜਾਂਗੇ। ਜੇ ਹੁਣ ਅਸੀਂ ਸਾਰੇ ਇਕੱਠੇ ਹੁੰਨੇ ਆ, ਜੇ ਮੇਰੇ ਤੇ ਕਹਿਣਗੇ ਮੈਂ ਸਹਿਮਤੀ ਕਰੂੰਗਾ, ਜੇ ਮੇਰੇ ਨੂੰ ਕਹਿਣਗੇ ਵੀ ਗਾਗੋਵਾਲ ਪਰਿਵਾਰ ਲੜੂ, ਮੈਂ ਲੜ ਲੂੰਗਾ ਜੀ। ਜੇ ਐਮਐਲਏ ਸਾਹਿਬ ਦੀ ਸਹਿਮਤੀ ਹੋਈ, ਐਮਐਲਏ ਸਾਹਿਬ ਲੜਦਾ ਨਹੀਂ, ਜਿਹਦੇ ਵੀ ਸਹਿਮਤੀ ਹੋਈ, ਅਸੀਂ ਇਕੱਠੇ ਅਸੀਂ ਲੜਾਂਗੇ, ਜ਼ਰੂਰ ਲੜਾਂਗੇ। ਪਰ ਰੌਲਾ ਕੀ ਹੈ ਜੀ, ਏਕੇ ਦਾ। ਸ਼ਰਪਿੰਦਰ ਨਾਲ ਇਸ ਵਿਸ਼ੇ ਤੇ ਕਦੇ ਗੱਲ ਹੋਈ ਹੈ? ਨਹੀਂ, ਮੇਰੀ ਕਾਫੀ ਵਾਰ ਇੱਕੋ ਗੱਲ ਕਹੀ ਆ, ਕਹਿੰਦਾ ਮੈਨੂੰ ਕਿਸੇ ਦਾ ਨਹੀਂ ਪਤਾ। ਜੇ ਮਾਈਕਲ ਕਿ ਜਿਵੇਂ ਹੁਣ ਕਰ ਰਿਹਾ, ਕਹਿੰਦਾ ਅਸੀਂ ਵੀ ਵਿਰੋਧੀ ਹਾਂ, ਉਹ ਵੀ ਕਰ ਰਿਹਾ ਵਿਰੋਧ। ਜੇ ਉਹ ਕਹਿੰਦੇ ਆ ਵੀ ਅਸੀਂ ਚੋਣ ਲੜਦਾ, ਕਹਿੰਦਾ ਮੈਂ ਨੰਗਾ ਜੱਟਾ ਹੋ ਕੇ ਉਹਨਾਂ ਦੀ ਸਪੋਰਟ ਕਰੂੰ, ਉਹਨਾਂ ਨਾਲ ਖੜੂੰ ਜੇ ਪਾਰਟੀ ਟਿਕਟ ਦਿੰਦੀ ਆ। ਤੇ ਜੇ ਨਹੀਂ ਦਿੰਦੀ ਪਾਰਟੀ ਟਿਕਟ ਤਾਂ ਵੀ ਉਹ ਤੁਹਾਡੀ ਮਦਦ ਕਰਨ ਨੂੰ ਤਿਆਰ ਆ। ਕਿਸੇ ਵਿਸ਼ੇ ਤੇ ਗੱਲ ਨਹੀਂ, ਮੇਰੀ ਕਿਸੇ ਨਾਲ ਕੋਈ ਗੱਲ ਨਹੀਂ ਹੋਈ, ਕਿਸੇ ਲੀਡਰ ਸਾਹਿਬਾਨ ਨਾਲ ਕਿਤੇ ਵੀ, ਨਾ ਮੇਰੀ ਐਮਐਲਏ ਸਾਹਿਬ ਨਾਲ ਕਿਤੇ ਹੋਈ ਹੈ ਜੀ, ਨਾ ਮੇਰੀ ਜਸਪਿੰਦਰ ਨਾਲ ਹੋਈ ਹੈ, ਨਾ ਮੇਰੀ ਵਿੱਕੀ ਨਾਲ ਹੋਈ ਹੈ, ਕਿਸੇ ਵੀ ਮੇਰੀ ਕਿਸੇ ਨਾਲ ਗੱਲਬਾਤ ਨਹੀਂ ਹੋਈ। ਪਰ ਸਵਾਗਤ ਸਾਰਿਆਂ ਦਾ ਜੀ, ਜਿਵੇਂ ਸਾਰੇ ਇਕੱਠੇ ਹੋ ਕੇ ਕਹਿਣਗੇ ਉਵੇਂ ਅਸੀਂ ਨਾਲ, ਕੋਈ ਚੱਕਰ ਦੀ ਗੱਲ ਨਹੀਂ। ਤੁਸੀਂ ਸਾਰਾ ਪਰਿਵਾਰ ਹੀ ਹੋ, ਤੁਸੀਂ ਵੀ ਜਿਹਨੇ ਵੀ ਪੱਤਰਕਾਰ ਤੁਸੀਂ ਆਏ ਹੋ ਸਾਡੇ ਨਾਲ, ਮੈਨੂੰ ਤਾਂ ਛੋਟੇ ਹੁੰਦੇ ਤੁਸੀਂ ਦੇਖਦੇ ਆਏ ਹੋ, ਤੁਸੀਂ ਸਾਰਾ ਪਰਿਵਾਰ, ਜਿਵੇਂ ਕਹਿਣਗੇ ਉਵੇਂ ਨਾਲ, ਕੋਈ ਚੱਕਰ ਦੀ ਗੱਲ ਨਹੀਂ। ਚਾਹੇ ਆਜ਼ਾਦ ਲੜਨਾ ਪਏ ਆਜ਼ਾਦ ਲੜ ਲਾਂਗੇ, ਜਿਵੇਂ ਕੋਈ ਫੈਸਲਾ ਹੋਊ ਉਵੇਂ ਕਰ ਲਾਂਗੇ। ਨਾਜ਼ਰ ਮਾਨਸ਼ੀਆ ਕਹਿੰਦੇ ਨੇ ਵੀ ਉਹ ਆਪਦੇ ਹਲਕੇ 'ਚ ਚੋਣ ਲੜੇ, ਤੁਹਾਡਾ ਇਸ ਬਾਰੇ ਕੀ ਕਹਿਣਾ? ਨਹੀਂ, ਮੈਂ ਵੀ ਕਹਿਣਾ ਜੀ, ਉਹ ਜਾ ਕੇ ਜੋ ਲੜਦੇ ਕਿਤੋਂ ਵੀ ਲੜ ਉਹ ਕਿਤੇ ਹੋਰ ਬਾਹਰੋਂ ਸਭ ਤੋਂ ਲੜ ਸਕਦੇ, ਵੱਡੇ ਫੇਸ ਹੈ ਜੀ, ਉਹ ਤਾਂ ਕਿਤੋਂ ਵੀ ਲੜ ਸਕਦੇ ਨੇ। ਪਰ ਉਹ ਹਾਈ ਕਮਾਂਡ ਦਾ ਫੈਸਲਾ ਜੀ, ਤੇ ਬਾਕੀ ਜਿਵੇਂ ਹਾਈ ਕਮਾਂਡ ਦਾ ਫੈਸਲਾ ਹੋਊ, ਉਸ ਦੇ ਫੈਸਲੇ ਦੇਖ ਕੇ ਫਿਰ ਅਸੀਂ ਆਪਦਾ ਫੈਸਲਾ ਲਵਾਂਗੇ। ਇੱਕ ਨਾ ਕੱਲ੍ਹ ਵਾਲੇ ਮਾਮਲੇ ਤੇ ਇੱਕ ਬਾਈਟ ਦੇ ਠੀਕ ਹੈ ਤਿੰਨ ਮੈਂ ਕਹਿੰਦਾ ਜਿਹੜੇ 3 ਵੱਡੇ ਧੜੇ ਨੇ ਕਾਂਗਰਸ ਦੇ, ਉਹਨਾਂ ਨੂੰ ਹਰ ਵਾਰੀ ਇਗਨੋਰ ਕਿਉਂ ਕਰਦੀ ਹੈ ਪਾਰਟੀ? ਨਵੇਂ ਬੰਦੇ ਨੂੰ ਕਿਉਂ ਮੂਹਰੇ ਲੈ ਕੇ ਕੀ ਕਰ? ਮੈਂ ਤਾਂ ਜੀ, ਮੇਰੀ ਤਾਂ ਉਮਰ ਹਾਲੇ 26 ਸਾਲ ਆ, ਤੁਸੀਂ ਮੈਥੋਂ ਵੱਧ ਦੇਖ ਚੁੱਕੇ ਹੋ। 1997 ਵਿੱਚ ਆਪਣੀ ਟਿਕਟ ਕੱਢ ਕੇ ਆਪਾਂ ਨੂੰ ਜੋਗੇ ਦਿੱਤੀ ਜੀ, ਆਪਾਂ ਹਾਰ ਗਏ ਉੱਥੋਂ ਕਿਉਂਕਿ ਨਵਾਂ ਹਲਕਾ ਸੀ। 2002 ਵਿੱਚ ਆਪਾਂ ਨੂੰ ਟਿਕਟ ਕੱਢਤੀ, ਨਾਲੇ ਪਤਾ ਸੀ ਡਿਜ਼ਰਵਿੰਗ ਕੈਂਡੀਡੇਟ ਆਪਾਂ ਆਜ਼ਾਦ ਵੀ ਜਿੱਤ ਗਏ।
2007 ਦੇ ਵਿੱਚ ਟਿਕਟ ਕੱਟਦੇ ਸੀ ਆਪਾਂ ਇੱਥੇ ਇਕੱਠ ਕੀਤਾ ਸੀਗਾ ਜੀ, ਆਪਾਂ ਨੂੰ ਟਿਕਟ ਦੇ ਦਿੱਤੀ। 2012 ਦੇ ਵਿੱਚ ਵੀ ਆਪਣੇ ਟਿਕਟ ਕੱਟਦੇ ਸੀਗੇ, ਆਪਾਂ ਫਿਰ ਇੱਥੇ ਇਕੱਠ ਕੀਤਾ, ਫਿਰ ਆਪਾਂ ਨੂੰ ਟਿਕਟ ਦੇ ਦਿੱਤੀ। ਆਏ ਵਾਰੀ ਸਾਨੂੰ ਤਾਂ ਪਾਰਟੀ ਨੂੰ ਦੱਸਣਾ ਪੈਂਦਾ ਵੀ ਅਸੀਂ ਇੱਥੇ ਹੈਗੇ ਹਾਂ। ਉਹ ਦੇਖੋ ਪਾਰਟੀ ਦੀ ਗਲਤੀਆਂ ਨੇ, ਕਿਹਦੀ ਗਲਤੀਆਂ ਨੂੰ ਤੁਹਾਨੂੰ ਪਤਾ ਹੀ ਹੈ ਸਾਰੀ। ਕਹਿੰਦੇ ਭਾਵ ਕਹਿੰਦੇ ਵੀ ਕਾਂਗਰਸ ਸਰਵੇ ਦੇ ਆਧਾਰ ਤੇ ਟਿਕਟ ਦਿੰਦੀ ਹੈ, ਫਿਰ ਪ੍ਰਧਾਨ ਜੀ ਕੋਲ ਸਹੀ ਜਾਣਕਾਰੀ ਨਹੀਂ ਜਾ ਰਹੀ ਜਾਂ ਸਹੀ ਸਰਵਾ ਨਹੀਂ ਹੋ ਰਿਹਾ, ਕੀ ਕਾਰਨ? ਦੇਖੋ ਜੀ, ਹੁਣ ਉਹ ਤਾਂ ਫੈਸਲਾ ਉਹਨਾਂ ਦਾ, ਮੈਂ ਹੁਣ ਉਹ ਮੇਥੋਂ ਬਹੁਤ ਵੱਡੇ ਨੇ, ਮੈਂ ਤਾਂ ਉਹਨਾਂ ਦਾ ਕੁਝ ਵੀ ਨਹੀਂ ਹੈ ਨਹੀਂ ਉਹਨਾਂ ਮੂਹਰੇ ਤਾਂ, ਠੀਕ ਹੈ, ਉਹ ਤਾਂ ਉਹਨਾਂ ਦਾ ਫੈਸਲਾ, ਉਹ ਤੁਸੀਂ ਉਹਨਾਂ ਤੋਂ ਪੁੱਛ ਸਕਦੇ ਹੋ। ਪਰ ਮੈਂ ਵੀ ਉਹਨਾਂ ਨੂੰ ਇਕੱਲਾ ਇਹੀ ਕਹਿ ਕੇ ਆਇਆ ਜੀ, ਸਰਵੇ ਸਰ ਟਿਕਟ ਦੇ ਦਿਓ। ਦੇਖੋ ਮੇਰਾ ਕਿਸੇ ਦਾ ਵਿਰੋਧ ਨਹੀਂ ਹੈਗਾ, ਹੁਣ ਬਾਂਸਲ ਪਰਿਵਾਰ ਇੱਥੇ 3 ਵਾਰੀ ਹਾਰ ਚੁੱਕਿਆ ਜੀ। ਤੁਸੀਂ ਇੱਕ ਪਾਸੇ ਸਾਡਾ ਪਰਿਵਾਰ ਰੱਖ ਲਓ ਜੀ, ਇੱਕ ਪਾਸੇ ਬਾਂਸਲ ਪਰਿਵਾਰ ਰੱਖ ਲਓ, ਇੱਕ ਪਾਸੇ ਮੂਸੇਵਾਲਾ ਸਾਹਿਬ ਰੱਖ ਲਓ, ਇੱਕ ਪਾਸੇ ਕੋਈ ਹੋਰ ਲੀਡਰ। ਮੈਂ ਦੇਖੋ ਕਿਸੇ ਸ਼ਾਨ ਦੇ ਖਿਲਾਫ ਰਾਜਨੀਤੀ ਹੈ, ਸ਼ਾਨ ਦੇ ਖਿਲਾਫ ਮੈਂ ਕਿਸੇ ਸ਼ਬਦ ਬੋਲੇ ਨਾ, ਪਹਿਲਾਂ ਕਿਤੇ ਬੋਲਾਂ। ਬਾਂਸਲ ਸਾਹਿਬ 3 ਵਾਰੀ ਹਾਰ ਚੁੱਕੇ ਜੀ, ਉਹ ਪਾਰਟੀ ਵੀ ਚੇਂਜ ਕਰ ਚੁੱਕੇ ਆ, ਉਹ ਇੰਪਰੂਵਮੈਂਟ ਟਰਸਟ ਪਲੈਨਿੰਗ ਬੋਰਡ ਦੇ ਚੇਅਰਮੈਨ ਵੀ ਰਹਿ ਚੁੱਕੇ ਅਕਾਲੀ ਦਲ 'ਚ। ਉਹਨਾਂ ਨੂੰ ਹੁਣ ਜ਼ਿਲ੍ਹਾ ਪ੍ਰਧਾਨ ਵੀ ਲਾਤਾ ਜੀ, ਉਹਨਾਂ ਨੂੰ ਮੈਨੀਫੈਸਟੋ ਮੈਂਬਰ ਵੀ ਲਾਤਾ, ਉਹਨਾਂ ਨੂੰ ਹੁਣ ਟਿਕਟ ਵੀ ਦੇਣ ਜਾ ਰਹੀ ਹੈ ਪਾਰਟੀ, ਜੋ ਪਤਾ ਲੱਗ ਰਿਹਾ ਮੋੜ ਤੋਂ। ਉਹਨਾਂ ਵਿੱਚ ਭਾਈ ਕੀ ਖਾਸੀਅਤ ਹੈ, ਸਾਡੇ ਵਿੱਚ ਕੀ ਕਮੀ ਹੈ? ਨਹੀਂ ਜੀ, ਸਿੱਧੂ ਮੂਸੇਵਾਲੇ ਨੂੰ ਹੁਣ ਟਿਕਟ ਦੇ ਕੇ ਹਾਈ ਕਮਾਂਡ ਨੇ ਤੁਹਾਨੂੰ ਕਹਿਤਾ ਵੀ ਤੁਰੋ, ਨਾਲ ਛੁੱਟ ਕੇ ਦਬਾਅ ਹੈ ਤੁਰੋ। ਇਹ ਤਾਂ ਪਿਛਲੀ ਵਾਰ ਵੀ ਕਹਿੰਦੇ ਸੀ ਕਿ ਤੁਰ ਪਏ ਸੀਗੇ ਜੀ, ਮੈਂ ਤਾਂ ਕਹਿਣਾ ਅਸੀਂ ਵਿਰੋਧ ਕੀਤਾ ਸੀਗਾ ਪਾਰਟੀ ਦੇ। ਦੇਖੋ ਪਾਰਟੀ ਨੇ ਸਾਨੂੰ ਨੋ ਡਾਊਟ ਪਾਰਟੀ ਨੇ ਸਾਨੂੰ ਬਹੁਤ ਕੁਝ ਦਿੱਤਾ, ਸਾਨੂੰ 4 ਵਾਰੀ ਟਿਕਟ ਵੀ ਦਿੱਤੀ, ਜ਼ਿਲ੍ਹਾ ਪ੍ਰਧਾਨ ਵੀ ਮੇਰੇ ਫਾਦਰ ਨੂੰ ਬਣਾਇਆ, ਗਾਗੋਵਾਲ ਸਾਹਿਬ ਨੂੰ ਵੀ ਪਾਰਟੀ ਨੇ ਜ਼ਿਲ੍ਹਾ ਪ੍ਰਧਾਨ ਬਣਾਇਆ, ਮੇਰੀ ਮਾਤਾ ਨੂੰ ਵੀ ਟਿਕਟ ਦਿੱਤੀ, ਪਾਰਟੀ ਨੇ ਸਾਨੂੰ ਕੋਈ ਬਹੁਤ ਦਿੱਤਾ। ਪਰ 5-6 ਸਾਲਾਂ 'ਚ ਅਸੀਂ ਆਪਦੇ ਦਮ ਤੇ ਲੀਡਰੀ ਕੀਤੀ, ਨਾ ਕਿ ਕਿਸੇ ਦੇ ਅਹੁਦੇ ਤੇ ਲੀਡਰੀ ਕੀਤੀ ਹੈ। ਆ ਸਾਰੇ ਮੇਰੇ ਨਾਲ ਪਰਿਵਾਰ ਤੌਰ ਤੇ, ਨਾ ਕੋਈ ਅਹੁਦੇ ਤੌਰ ਤੇ ਹੈ। ਤੁਹਾਨੂੰ ਵੀ ਪਤਾ ਗਿਆ, ਇੱਕ ਵਾਰੀ ਵੀ ਸਾਨੂੰ ਕੋਈ ਪਾਰਟੀ 'ਚ ਅਹੁਦਾ ਨਹੀਂ ਦਿੱਤਾ, ਕੋਈ ਪਾਰਟੀ 'ਚ ਐਡਜਸਟਮੈਂਟ ਨਹੀਂ ਕੀਤੀ, ਕੋਈ ਸਾਨੂੰ ਸਰਕਾਰ 'ਚ ਨਹੀਂ ਕੀਤੀ। ਸਭ ਨੂੰ ਮਾਨਸਾ ਵਾਲੇ ਲੋਕਾਂ ਨੂੰ ਵੀ ਇਹ ਹੈਗਾ ਯਾਰ, ਇੱਕ ਅਹੁਦਾ ਵੀ ਨਹੀਂ ਦਿੱਤਾ, ਤਾਂ ਹੀ ਲੋਕ ਸਾਡੇ ਨਾਲ ਖੜੇ, ਤਾਂ ਹੀ ਲੋਕਾਂ ਨੂੰ ਸਾਡੇ ਨਾਲ ਸਿੰਪਤੀ ਹੈ। ਮੇਰੀ ਲੀਡਰੀ ਕਿਹੜੀ ਸਾਡੀ ਆਪਦੀ ਰਾਜਨੀਤੀ ਆ, ਉਹ ਲੋਕਾਂ ਦੀ ਰਾਜਨੀਤੀ ਆ, ਦਮ ਤੇ ਰਾਜਨੀਤੀ ਕਰਦੇ, ਨਾ ਕਿ ਅਸੀਂ ਕੋਈ ਅਹੁਦੇ ਤੇ ਆ, ਕੋਈ ਆਪਦੇ ਤੇ ਇਹ ਤੇ ਝੂਠ ਤੂਫਾਨ ਤੇ, ਜਾਂ ਮੈਨੂੰ ਟਿਕਟ ਮਿਲੂ ਜੀ, ਮੈਨੂੰ ਮੇਰੀ ਮਦਦ ਕਰ ਦਿਓ ਜੀ। ਮੈਂ ਤਾਂ ਹਰੇਕ ਨੂੰ ਕਹਿਣਾ ਜੀ ਟਿਕਟ ਜੀ ਪਤਾ ਨਹੀਂ ਮਿਲੂ ਨਾ ਮਿਲੂ। ਮੈਂ ਰੈਲੀ ਕੀਤੀ, ਮੈਨੂੰ ਪਤਾ ਕੀ ਹੈ, ਮੈਂ ਕਿਹਾ ਟਿਕਟ ਮਿਲੇ ਨਾ ਮਿਲੇ, ਸਟਾਰ ਦੀ ਰੈਲੀ ਕਰਨੀ ਹੈ ਆਪਦੀ। ਅਸੀਂ ਕਿਸੇ ਦੇ ਖਿਲਾਫ ਨਹੀਂ ਬੋਲਣਾ ਉੱਥੇ, ਅਸੀਂ ਤਾਂ ਆਪਦਾ ਸ਼ੋਅ ਕਰ ਰਹੇ ਵੀ ਸਾਡੇ ਪੱਲੇ। ਉਦੋਂ ਕਵਰੀ ਕੀਤੀ ਰੈਲੀ। ਤੇ ਹਲਕਾ ਲਾਵਾਰਸ ਨਹੀਂ ਛੱਡਦੇ, ਟਿਕਟ ਮਿਲੇ ਚਾਹੇ ਨਾ ਮਿਲੇ ਜੀ, ਜਿੱਤੀਏ ਹਰੇ, ਅਸੀਂ ਨਹੀਂ ਹਲਕਾ ਛੱਡਦੇ। ਆਜ਼ਾਦ ਦੀ ਤਿਆਰੀ ਕਰ ਲਾਂਗੇ, ਅਗਲੀ ਵਾਰ 2027 ਬਹੁਤ ਉਮਰ ਪਈ ਹੈ, 2027 ਵਿੱਚ ਟੱਕਰ ਲਾਂਗੇ, ਪਰ ਹਲਕਾ ਨਹੀਂ ਛੱਡਦੇ। ਲੋਕਾਂ ਨੇ ਜਿਨ੍ਹਾਂ ਨੇ ਸਾਡੇ ਨਾਲ ਪਰਿਵਾਰ ਨੇ, ਇਹਨਾਂ ਨੇ ਸਾਰਿਆਂ ਨੂੰ ਉਮਰਾਂ ਗਾਤੀਆਂ ਜੀ, ਸਾਰਿਆਂ ਨੂੰ ਉਮਰਾਂ ਗਾਤੀਆਂ। ਜੇ ਅੱਜ ਅਸੀਂ ਛੱਡ ਕੇ ਭਾਗੇ, ਇਹਨਾਂ ਨੂੰ ਕਿਸੇ ਲੀਡਰ ਨੇ ਮੂੰਹ ਨਹੀਂ ਲਾਉਣਾ ਜੀ। ਅਸੀਂ ਤਾਂ ਇਹਨਾਂ ਕਰਕੇ ਤਾਂ ਕਰਨੀ ਆ। ਚਲੋ ਪਰਿਵਾਰ ਦੀ ਪੁਰਾਣੀ ਇੱਕ ਲੈਗੇਸੀ ਹੈ, ਉਹ ਵੀ ਅਸੀਂ ਕੰਟੀਨਿਊ ਕਰਾਂਗੇ। ਮੈਂ ਕੱਲ ਤੁਹਾਨੂੰ ਪੰਜਾਬ ਪ੍ਰਧਾਨ ਨੇ ਬੁਲਾਇਆ ਸੀਗਾ ਚੰਡੀਗੜ੍ਹ ਦੇ ਵਿੱਚ, ਕੀ ਉੱਥੇ ਗੱਲਬਾਤ ਹੋਈ ਹੈ, ਕੀ ਤੁਹਾਡੇ ਤੇ ਪ੍ਰੈਸ਼ਰ ਆਇਆ ਸੀ ਉਹਦਾ, ਤੇ ਤੁਸੀਂ ਕੀ ਜਵਾਬ ਦੇ ਕੇ ਸਾਨੂੰ ਦੱਸੋ? ਨਹੀਂ ਜੀ, ਪੰਜਾਬ ਪ੍ਰਧਾਨ ਦੇ ਸਾਨੂੰ ਸਰਵੇ ਦੇਖ ਕੇ, ਚਲੋ ਜੇ ਸਾਡੇ ਪੱਲੇ ਕੁਛ ਉਹਨੂੰ ਲੱਗਿਆ ਵੀ ਇਹਨਾਂ ਨਾਲ ਲੋਕ ਹੈਗੇ ਨੇ, ਸਾਨੂੰ ਬੁਲਾਇਆ ਉੱਥੇ, ਉਹਨਾਂ ਦਾ ਹੱਕ ਸੀਗਾ ਸਾਨੂੰ ਬੁਲਾਉਣਾ, ਤੇ ਸਾਡਾ ਫਰਜ਼ ਸੀ ਜਾਣਾ ਉਹਨਾਂ ਦੇ ਕਹਿਣ ਤੇ, ਕਿਉਂਕਿ ਅਸੀਂ ਪਾਰਟੀ ਦੇ ਇੱਕ ਮੈਂਬਰ ਆ। ਗਾਗੋਵਾਲ ਸਾਹਿਬ ਨੇ ਤਾਂ ਸਾਰੀ ਉਮਰ ਕੱਢਤੀ, ਅਸੀਂ ਵੀ ਸਾਰੀ, ਚਲੋ ਜਿੰਨੀ ਵੀ ਅਸੀਂ ਆਪਦੀ ਰਾਜਨੀਤੀ ਕੀਤੀ ਕਾਂਗਰਸ ਵਾਸਤੇ ਕੀਤੀ ਹੈ, ਪਰ ਉਹਨਾਂ ਨੇ ਵੀ ਕਿਹਾ ਵੀ ਕਾਂਗਰਸ ਨਾਲ ਰਲ ਕੇ ਚੱਲੋ। ਕੋਈ ਉਹਨਾਂ ਨੇ ਐ ਨਹੀਂ ਕਿਹਾ ਵੀ ਮੂਸੇਵਾਲਾ ਸਾਹਿਬ ਨੂੰ ਟਿਕਟ ਦੇਤੀ, ਪਰ ਆਪਾਂ ਨੂੰ ਬਾਕੀ ਕਲੀਅਰ ਹੀ ਹੈ ਸਾਰੀ ਗੱਲ। ਤੇ ਅਸੀਂ ਉਹਨਾਂ ਨੂੰ ਕਹਿ ਕੇ ਆਏ ਵੀ ਜੇ ਕਾਂਗਰਸ ਨੂੰ ਦਿੰਦੇ ਹੋ, ਕਿਸੇ ਵੀ ਕਾਂਗਰਸ ਨੂੰ ਦਿੰਦੇ ਹੋ, ਅਸੀਂ ਉਹਨਾਂ ਨਾਲ ਆ, ਪਰ ਅਸੀਂ ਨਹੀਂ ਚੱਲ ਸਕਦੇ ਮੂਸੇਵਾਲਾ ਸਾਹਿਬ ਨਾਲ। ਖਾਮੀਆਂ ਕੀ ਨੇ ਸਿੱਧੂ ਮੂਸੇਵਾਲੇ 'ਚ, ਤੁਸੀਂ ਕੀ ਦੇਖਦੇ ਹੋ ਵੀ ਕੀ ਖਾਮੀ ਹੈ? ਕਾਂਗਰਸ ਤਾਂ ਉਹ ਵੀ ਹੈ, ਜੁਆਇਨ ਵੀ ਕਾਂਗਰਸ ਕੀਤੀ, ਉਹ ਕਹਿੰਦੇ ਅਸੀਂ ਪਹਿਲਾਂ ਕਾਂਗਰਸੀ ਹਾਂ, ਪੁਰਾਣੇ ਕਾਂਗਰਸੀ। ਖਾਮੀਆਂ ਕੀ ਸਮਝਦੇ? ਨਹੀਂ, ਪੁਰਾਣੇ ਕਾਂਗਰਸੀ ਤਾਂ ਜੀ ਬਰਖਾ ਰਾਮ ਜੀ ਦਾ ਬੇਟਾ ਹੈਗਾ ਜੀ। ਬਰਖਾ ਰਾਮ ਨੂੰ ਕੋਈ ਇੱਥੇ ਜਾਣਦਾ ਵੀ ਹੋਣਾ, ਸ਼ਾਇਦ ਕੋਈ ਤੁਹਾਡੇ ਨਵਿਆਂ ਚੋਂ ਜੀ, ਉਹਨਾਂ ਦਾ ਬੇਟਾ ਬਰਖਾ ਰਾਮ ਜੀ ਦਾ। ਪੁਰਾਣੇ ਕਾਂਗਰਸੀ ਤਾਂ ਫਿਰ ਉਹ ਵੀ ਬਹੁਤ ਜ਼ਿਆਦਾ ਨੇ ਜੀ, ਪਰ ਪੁਰਾਣੇ ਕਾਂਗਰਸੀ ਹੁਣ ਰੱਖਦੀ ਕਿਹੜੇ ਬੰਦੇ ਵਿੱਚ ਵਿਚਰਿਆ ਹੋਊਗਾ, ਰੌਲਾ ਤਾਂ ਉਹਦਾ ਜੀ। ਜਿਹੜਾ ਬੰਦੇ ਨੂੰ ਚੰਗਾ ਕੋਈ ਕੰਮ ਵਰਕਰ ਕੰਮ ਕਰ ਸਕਦਾ, ਉਹਨਾਂ ਨੇ ਮਾੜੇ ਸਮੇਂ 'ਚ ਕੋਈ ਦੁੱਖ ਸੁੱਖ ਦੇ ਵਿੱਚ ਜਾ ਸਕਦਾ, ਸਿੰਸੀਅਰਟੀ ਬਸ ਉਹੀ ਰੌਲਾ ਜੀ। ਹੋਰ ਤਾਂ ਮੂਸੇਵਾਲਾ ਸਾਹਿਬ ਨੇ ਸਾਡਾ ਕੋਈ ਪਰਸਨਲ ਰੌਲਾ ਤਾਂ ਕੋਈ ਹੈ ਹੀ ਨਹੀਂ ਮੂਸੇਵਾਲਾ ਸਾਹਿਬ ਨਾਲ। ਤੁਸੀਂ ਕੀ ਪੱਖ ਰੱਖ ਕੇ ਆਏ ਫਿਰ ਆਪਦਾ ਮਾਨਸਾ ਕਾਂਗਰਸ ਦੇ, ਜੇ ਤੁਹਾਡੀ ਗੱਲ ਕਰੀਏ ਤਾਂ? ਦੇਖੋ ਜੀ, ਮੈਂ ਉੱਥੇ ਜਾ ਕੇ ਆਇਆ, ਕਹਿੰਦੇ ਮੈਨੂੰ ਟਿਕਟ ਦੇ ਦਿਓ, ਉਹ ਵੀ ਸਿਆਣੇ ਨੇ। ਅਸੀਂ ਤਾਂ ਸਿਰਫ ਕਿਹਾ ਵੀ ਕਿਹੜੇ ਬਣਦਾ ਹੱਕ ਹੈ ਉਹਨੂੰ ਟਿਕਟ ਦੇ ਦਿਓ, ਉਹ ਉਹਨਾਂ ਨੇ ਫੈਸਲਾ ਕਰਨਾ ਗਾ, ਜਿਹਨੂੰ ਦੇਣੀ ਨਹੀਂ ਦੇਣੀ ਉਹਨਾਂ ਦੀ ਮਰਜ਼ੀ। ਪਾਰਟੀ ਨੂੰ ਉਹ ਚੀਜ਼ਾਂ ਨਹੀਂ ਪਤਾ ਲੱਗਦੀਆਂ, ਉਹ ਸਾਲਾ ਪ੍ਰਾਹੁਣਾ ਕਹਿੰਦਾ ਹੈ ਪੋਸਟਾਂ ਪਾ ਕੇ ਲੋਕਾਂ ਨੂੰ, ਮਾਨਸਾ ਸ਼ਹਿਰ ਵਾਸੀਆਂ ਨੂੰ। ਉਹੀ ਪਰ ਮੈਂ ਵਾਰੀ ਉਹ ਗੱਲ ਕਰੀ ਆਪਾਂ, ਚੰਗਾ ਨਹੀਂ ਲੱਗਦਾ। ਤੇ ਪਰ ਹੁਣ ਮੈਂ ਉਹਨੂੰ ਮਾੜਾ ਬੋਲੀ ਚੱਲਾਂ, ਮੈਂ ਉਹਦੇ ਨਾਮ ਤੇ ਹਾਈ ਪਲੀ ਚੱਲਾਂ ਜੀ, ਉਹ ਤਾਂ
ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਹੈਗਾ, ਸਾਡੇ ਕੋਲੇ ਆਪਦੇ ਬਹੁਤ ਕੁਛ ਹੈ ਜੀ ਪਰਿਵਾਰ ਵਾਸਤੇ ਬੋਲਣ ਵਾਸਤੇ। ਅਸੀਂ ਆਪ ਵੀ ਬਹੁਤ ਕੰਮ ਕੀਤੇ ਹੋਏ ਆ, ਸਾਨੂੰ ਕਿਸੇ ਦੇ ਆਪਦੇ ਉਹਦੇ ਮਾੜੇ ਬੋਲ ਕੇ ਸਾਨੂੰ ਹਾਈ ਪਲਾਨ ਦੀ ਕੀ ਲੋੜ ਆ। ਮੈਂ ਕਿਹਾ ਜਿਵੇਂ ਤੁਸੀਂ ਮੰਨਦੇ ਹੋ ਵੀ ਟਿਕਟ ਤਾਂ ਦਿੱਤੀ ਪਈ ਹੈ ਲਗਭਗ, ਉਸ ਤੋਂ ਬਾਅਦ ਤੁਹਾਡਾ ਕੀ ਹੁਣ ਦੇਖੋ ਜੀ, ਅਸੀਂ ਮਦਦ ਨਹੀਂ ਕਰਾਂਗੇ, ਉਹ ਡੈਡ ਸ਼ੋਰ ਆ। ਬਾਕੀ ਜਿਵੇਂ ਵਰਕਰਾਂ ਦਾ ਫੈਸਲਾ ਆਜ਼ਾਦ ਲੜਨਾ ਗਾ, ਸਾਰਿਆਂ ਨੇ ਕਿਵੇਂ ਬਾਈ ਨੇ ਆਪਣੇ ਗੱਲ ਕੀਤੀ ਬਈ ਸਾਰੇ ਇਕੱਠੇ ਹੋ ਕੇ, ਸਾਰੇ ਕਿਹੜੇ ਪੁਰਾਣੇ ਕਾਂਗਰਸੀ ਨੇ, ਸਾਰੇ ਮੇਰੇ ਤੋਂ ਸਿਆਣੇ ਨੇ, ਸਾਰੇ ਮੇਥੋਂ ਉਮਰ 'ਚ ਵੱਡੇ ਨੇ, ਜਿਵੇਂ ਉਹਨਾਂ ਨੇ ਕੋਈ ਫੈਸਲਾ ਕੀਤਾ ਸੀ ਉਵੇਂ ਕਰ ਲਾਂਗੇ। ਪਰ ਉਹ ਵਿਦਿਨ ਦੀ 2 or 3 days ਯੂ ਵਿਲ ਬੀ ਨੋ, ਮਤਲਬ ਤੁਹਾਡੇ ਧਿਆਨ 'ਚ ਲਿੱਤਾ ਜਾਊਗਾ। ਥੈਂਕ ਯੂ। ਓਕੇ।